Hello my dear students, today we are going to discuss about our next topic, that is a globalization. There is a one definition given by the IMF stand here, International Monetary Fund. Globalization is a process, the growing economy interdependence of the country worldwide through the increasing the volume and variety of cross-border transaction in the goods and services, fair international capital flow, and more rapid widespread diffusion of technology. जो IMF ने एक ਡੈਫੀਨੇਸ਼ਨ ਦਿੱਤੀ ਹੈ ਕਿ ਗਲੋਬਲਾਈਜੇਸ਼ਨ ਨੂੰ ਡਿਫਾਈਨ ਕਰਦਿਆਂ ਹੋਇਆਂ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਕੀ ਹੈ। ਇਹਦੇ ਵਿੱਚ ਗਲੋਬਲਾਈਜੇਸ਼ਨ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਜੋ ਹੈ ਇੰਟਰਡਿਪੈਂਡੈਂਸ ਇੱਕ ਦੂਜੇ ਕੰਟਰੀ ਦੇ ਉੱਪਰ ਜਿਹੜੀ ਆ ਇਹਦੇ ਵਿੱਚ ਦੱਸਿਆ ਕਿ ਵੱਧ ਰਹੀ ਹੈ। ਇੰਟਰਡਿਪੈਂਡੈਂਸ ਵੱਧ ਰਹੀ ਆ, ਇਕਨੋਮਿਕ ਗਰੋਥ ਹੋ ਰਹੀ ਹੈ। ਰਿਜ਼ਲਟ ਕੀ ਆ ਇਹਦੇ ਨਾਲ ਜਿਹੜੀ ਆ ਵੋਲੀਅਮ ਇਨਕਰੀਜ਼ ਹੋ ਰਹੀ ਆ ਔਰ ਇੱਕ ਦੂਜੇ ਕੰਟਰੀ ਤੋਂ ਮਾਈਗ੍ਰੇਟ ਹੋ ਕੇ ਗੁੱਡਸ ਔਰ ਸਰਵਿਸਿਜ਼ ਜਿਹੜੀਆਂ ਵਾ ਉਹਨਾਂ ਦੀ ਕੰਜ਼ੰਪਸ਼ਨ ਨੂੰ ਵਧਾਇਆ ਜਾਂਦਾ ਆ, ਵਰਲਡ ਵਾਈਡਰ ਸੇਲ ਕੀਤਾ ਜਾਂਦਾ ਆ, ਦੂਸਰੇ ਕੰਟਰੀਜ਼ ਦੀਆਂ ਗੁੱਡਸ ਨੂੰ ਸਰਵਿਸਿਜ਼ ਨੂੰ ਇੰਜੋਏ ਕੀਤਾ ਜਾਂਦਾ ਆ। ਇਹ ਜੋ ਸਾਰਾ ਪ੍ਰੋਸੈਸ ਆ ਇਹ ਕਿਹਦੇ ਅੰਡਰ ਆਉਂਦਾ ਆ? ਗਲੋਬਲਾਈਜੇਸ਼ਨ ਦੇ ਵਿੱਚ, ਜਿਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਇੰਟਰਨੈਸ਼ਨਲ ਲੈਵਲ 'ਤੇ ਫ੍ਰੀ ਫਲੋ ਆਫ ਕੈਪੀਟਲ ਦੀ ਜਿਹੜੀ ਆ ਇਨਵੈਸਟਮੈਂਟ, ਕਿ ਦੂਸਰੇ ਕੰਟਰੀਜ਼ ਦੇ ਵਿੱਚ ਜਾ ਕੇ ਵੀ ਅਸੀਂ ਕੈਪੀਟਲ ਯਾਨੀ ਕਿ ਪੈਸਾ ਇਨਵੈਸਟ ਕਰਕੇ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰ ਸਕਦੇ ਹਾਂ। ਇਹਦੇ ਨਾਲ ਬਿਜ਼ਨਸ ਵੀ ਜ਼ਿਆਦਾ ਸਪਰੈਡ ਹੋਏਗਾ, ਇਨਕਮ ਇਨਕਰੀਜ਼ ਹੋਏਗੀ, ਆਪਣੀ ਇਕੋਨਮੀ ਜਿਹੜੀ ਆ ਉਹ ਡਿਵੈਲਪ ਹੋਏਗੀ। ਦੀਜ਼ ਆਲ ਆਰ ਦਾ ਪ੍ਰੋਸੈਸ ਆਫ ਗਲੋਬਲਾਈਜੇਸ਼ਨ। ਇਹਦੇ ਨਾਲ ਸਭ ਤੋਂ ਮੇਨ ਪੁਆਇੰਟ ਜੋ ਕੀ ਹੈ ਕਿ ਗਲੋਬਲਾਈਜੇਸ਼ਨ ਦਾ ਜਿਹੜਾ ਪ੍ਰੋਸੈਸ ਆ, ਗਲੋਬਲਾਈਜੇਸ਼ਨ ਨੂੰ ਇਫੈਕਟਡ ਕਰਨ ਵਾਲਾ ਕਾਜ਼ ਆ, ਦੈਟ ਇਜ਼ ਏ ਟੈਕਨੋਲੋਜੀ। ਜਿਵੇਂ ਜਿਵੇਂ ਟੈਕਨੋਲੋਜੀ ਦੀ ਐਡਵਾਂਸਮੈਂਟ ਵੱਧਦੀ ਜਾ ਰਹੀ ਹੈ ਉਸੇ ਤਰੀਕੇ ਦੇ ਨਾਲ ਗਲੋਬਲਾਈਜੇਸ਼ਨ ਦਾ ਜਿਹੜਾ ਕੰਸੈਪਟ ਆ ਹੋਰ ਵੀ ਜ਼ਿਆਦਾ ਬਰੋਡ ਹੋ ਰਿਹਾ ਹੈ। ਵਟ ਆਰ ਦਾ ਫੈਕਟਰ ਰਿਸਪੋਂਸੀਬਲ ਫॉर ਗਲੋਬਲਾਈਜੇਸ਼ਨ? ਫਸਟਲੀ, ਜਿਵੇਂ ਕਿ ਹੁਣੇ ਅਸੀਂ ਡਿਸਕਸ ਕਰ ਚੁੱਕੇ ਹਾਂ, ਟੈਕਨੋਲੋਜੀ ਇਜ਼ ਐਕਸਪੈਂਡਿੰਗ। ਟੈਕਨੋਲੋਜੀ ਵੱਧ ਰਹੀ ਹੈ, ਸਪੈਸ਼ਲੀ ਇਨ ਦਾ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ। ਟਰਾਂਸਪੋਰਟ ਔਰ ਕਮਿਊਨੀਕੇਸ਼ਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਟੈਕਨੋਲੋਜੀ ਬਹੁਤ ਜ਼ਿਆਦਾ ਵਾਸਟ ਹੋ ਚੁੱਕੀ ਹੈ। ਇਹ ਸਾਰੀ ਟੈਕਨੋਲੋਜੀ ਦੀ ਜੋ ਵੀ ਐਡਵਾਂਸਮੈਂਟ ਆ ਉਹਨੂੰ ਪੂਰਾ ਕਰਨ ਦੇ ਲਈ, ਉਹਦੀ ਰਿਕੁਆਇਰਮੈਂਟ ਦੇ ਲਈ ਅੱਜ ਇੱਕ ਪ੍ਰੋਸੈਸ ਜਿਹੜਾ ਆ ਉਹ ਇਨਕਰੀਜ਼ ਹੋ ਚੁੱਕਾ ਹੈ, ਦੈਟ ਇਜ਼ ਏ ਗਲੋਬਲਾਈਜੇਸ਼ਨ। ਗੌਰਮੈਂਟ ਆਰ ਰਿਮੂਵਿੰਗ ਦਾ ਇੰਟਰਨੈਸ਼ਨਲ ਬਿਜ਼ਨਸ ਰਿਸਟ੍ਰਿਕਸ਼ਨਸ। ਜੋ ਵੱਖਰੇ ਕੰਟਰੀਜ਼ ਦੀਆਂ ਗੌਰਮੈਂਟਸ ਨੇ ਉਹ ਆਪਣੀ ਇਕੋਨਮੀ ਨੂੰ ਡਿਵੈਲਪ ਕਰਨ ਦੇ ਲਈ ਜੋ ਟ੍ਰੇਡ ਦੇ ਉੱਪਰ ਜੋ ਰਿਸਟ੍ਰਿਕਸ਼ਨ ਸੀਗੀਆਂ, ਇੰਟਰਨੈਸ਼ਨਲ ਬਿਜ਼ਨਸ ਦੇ ਉੱਪਰ ਜੋ ਰਿਸਟ੍ਰਿਕਸ਼ਨ ਸੀਗੀਆਂ, ਉਹਨਾਂ ਬੈਰੀਅਰਸ ਨੂੰ, ਹਿੰਡਰੈਂਸ ਨੂੰ, ਜੋ ਕਿ ਗਲੋਬਲਾਈਜੇਸ਼ਨ ਦੇ ਪ੍ਰੋਸੈਸ ਦੇ ਵਿੱਚ ਇੱਕ ਬਹੁਤ ਵੱਡੀ ਹਿੰਡਰੈਂਸ ਸੀ, ਉਹਨੂੰ ਰਿਮੂਵ ਕਰਦੀਆਂ ਜਾ ਰਹੀਆਂ ਨੇ। ਨੈਕਸਟ ਵਨ, ਇੰਸਟੀਟਿਊਸ਼ਨ ਪ੍ਰੋਵਾਈਡ ਦ ਸਰਵਿਸਿਜ਼ ਟੂ ਰੇਜ਼ ਦ ਕੰਡਕਟ ਆਫ ਦ ਇੰਟਰਨੈਸ਼ਨਲ ਬਿਜ਼ਨਸ। ਅੱਜ ਵੇਰੀਅਸ ਇੰਸਟੀਟਿਊਸ਼ਨ ਜੋ ਆ ਉਹ ਲੇਬਰਸ ਨੂੰ ਔਰ ਜਿਹੜੇ ਆ ਇਨਵਾਈਟ ਕਰਦੇ ਨੇ ਤਾਂ ਕਿ ਇੰਟਰਨੈਸ਼ਨਲ ਲੈਵਲ 'ਤੇ ਜਿਹੜਾ ਵਾ ਬਿਜ਼ਨਸ ਉਹਨੂੰ ਐਕਸਪੈਂਡ ਕੀਤਾ ਜਾਵੇ। ਵੱਖਰੀਆਂ ਸਰਵਿਸਿਜ਼ ਦੇ ਵਿੱਚ ਵੱਖਰੇ ਜਿਹੜੇ ਆ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਿਹੜੇ ਆ ਪਰਸਨਸ ਨੂੰ ਚੂਜ਼ ਕੀਤਾ ਜਾਂਦਾ ਆ ਤਾਂ ਕਿ ਇੰਸਟੀਟਿਊਸ਼ਨ ਦਾ ਮੇਜਰ ਟਾਰਗੇਟ ਕੀ ਆ, ਜਿੱਥੇ ਆਪਣੀ ਇੰਸਟੀਟਿਊਸ਼ਨ ਦੀ ਡਿਵੈਲਪਮੈਂਟ, ਉਹਦੇ ਨਾਲ ਦੀ ਨਾਲ ਅੱਛੀ ਇਕਨੋਮਿਕ ਗਰੋਥ, ਇਹ ਸਾਰੇ ਪ੍ਰੋਸੈਸ ਤਾਂ ਹੀ ਹੋ ਸਕਦੇ। ਇਸ ਲਈ ਇੰਟਰਨੈਸ਼ਨਲ ਸਰਵਿਸਿਜ਼ ਨੂੰ ਜਿਹੜਾ ਆ ਪ੍ਰੈਫਰ ਕੀਤਾ ਜਾ ਰਿਹਾ ਆ। ਕੰਜ਼ਿਊਮਰਸ ਨੋ ਅਬਾਊਟ ਐਂਡ ਵਟ ਦ ਫੋਰਨਰ ਗੁੱਡਸ ਐਂਡ ਦ ਸਰਵਿਸਿਜ਼। ਅੱਜ ਜੋ ਕੰਜ਼ਿਊਮਰਸ ਨੇ ਦੇ ਨੋ ਵੈਰੀ ਵੈਲ ਅਬਾਊਟ ਦੈਟ ਵਟ ਆਰ ਦੇਅਰ ਦ ਰਿਕੁਆਇਰਮੈਂਟਸ। ਉਹ ਆਪਣੀ ਚੋਇਸ ਔਰ ਰਿਕੁਆਇਰਮੈਂਟਸ ਨੂੰ ਜਾਣਦਿਆਂ ਹੋਇਆਂ ਅੱਜ ਬਹੁਤ ਸਾਰੇ ਫੋਰਨਰ ਬਹੁਤ ਜ਼ਿਆਦਾ ਐਂਪੈਥਾਈਜ਼ ਕਰਦੇ ਨੇ ਫੋਰਨ ਗੁੱਡਸ ਨੂੰ ਜਿਹੜਾ ਵਾ ਕੰਜ਼ਿਊਮ ਕਰਨਾ, ਫੋਰਨ ਸਰਵਿਸਿਜ਼ ਨੂੰ ਇੰਜੋਏ ਕਰਨਾ। ਉਹ ਰਿਅਲਾਈਜ਼ ਕਰਦੇ ਨੇ, ਆਈਡੈਂਟੀਫਾਈ ਕਰਦੇ ਨੇ ਕਿ ਕਿਹੜੀਆਂ ਸਰਵਿਸਿਜ਼, ਕਿਹੜੀਆਂ ਗੁੱਡਸ ਜਿਹੜੀਆਂ ਵਾ ਉਹਨਾਂ ਨੂੰ ਜੈਨੂਅਨ ਰੇਟਸ ਦੇ ਉੱਪਰ ਔਰ ਜਿਹੜੀਆਂ ਵਾ ਮੋਰ ਕਨਵੀਨੀਅੰਟ ਆ। ਇਹ ਸਾਰੇ ਫੈਕਟਰ ਜਿਹੜੇ ਆ ਅੱਜ ਗਲੋਬਲਾਈਜੇਸ਼ਨ ਦੇ ਫੈਕਟਰ ਨੂੰ, ਕਾਜ਼ਜ਼ ਨੂੰ ਬਹੁਤ ਜ਼ਿਆਦਾ ਸਟਰੋਂਗ ਬਣਾ ਰਹੇ ਆ। ਨੈਕਸਟ ਵਨ, ਜੇ ਅਸੀਂ ਗੱਲ ਕਰੀਏ ਕਿਉਂ ਅੱਜ ਫੈਕਟਰ ਜਿਹੜੇ ਆ ਗਲੋਬਲਾਈਜੇਸ਼ਨ ਜਿਹੜੀ ਆ ਕਿਉਂ ਇੰਨੀ ਐਕਸਪੈਂਡ ਹੋ ਰਹੀ ਆ, ਜਿਵੇਂ ਕਿ ਹੁਣੇ ਅਸੀਂ ਗੱਲ ਕਰ ਚੁੱਕੇ ਹਾਂ,
ਅੱਜ ਟੈਕਨੋਲੋਜੀ ਬਹੁਤ ਜ਼ਿਆਦਾ ਐਕਸਪੈਂਡ ਹੋ ਚੁੱਕੀ ਆ, ਮਲਟੀਨੇਸ਼ਨਲ ਕੰਪਨੀਜ਼ ਆ ਚੁੱਕੀਆਂ ਨੇ ਜੋ ਕਿ ਵੱਖਰੇ ਵੱਖਰੇ ਕੰਟਰੀਜ਼ ਦੇ ਵਿੱਚ ਜਾ ਕੇ ਆਪਣਾ ਬਿਜ਼ਨਸ ਐਕਸਪੈਂਡ ਕਰ ਰਹੀਆਂ ਨੇ। ਈਵਨ ਦੈਨ ਅੱਜ ਕੁਝ ਇੱਕ ਫੋਰਨ ਕੰਟਰੀਜ਼ ਇਸ ਤਰੀਕੇ ਦੇ ਨਾਲ ਐਕਸਪੈਂਡ ਹੋ ਚੁੱਕੀਆਂ ਨੇ ਜੋ ਕਿ ਉੱਥੋਂ ਦੀਆਂ ਲੋਕਲ ਕੰਪਨੀਜ਼ ਤੋਂ ਵੀ ਜ਼ਿਆਦਾ ਜਿਹੜੀ ਆ ਪੋਪੂਲੈਰਿਟੀ ਲੈ ਚੁੱਕੀਆਂ ਨੇ। ਔਰ ਕੁਝ ਇਹੋ ਜਿਹੀਆਂ ਕੰਪਨੀਜ਼ ਨੇ ਜੋ ਉੱਥੋਂ ਦੀਆਂ ਲੋਕਲ ਕੰਪਨੀਜ਼ ਦੇ ਨਾਲ ਜਿਹੜਾ ਆ ਐਗਰੀਮੈਂਟ ਕਰਕੇ ਉਹ ਆਪਣੇ ਜਿਹੜੇ ਪ੍ਰੋਡਕਟ ਆ ਉਹਨਾਂ ਨੂੰ ਸੇਲ ਕਰਵਾਉਂਦੀਆਂ ਨੇ। ਲੋਅਰ ਟੈਰਿਫਸ ਦੇ ਵਿੱਚ ਆ ਜਾਂਦਾ ਹੈ ਕਿ ਜੋ ਰਿਸਟ੍ਰਿਕਸ਼ਨਸ ਨੇ ਉਹਨਾਂ ਨੂੰ ਘਟਾਉਣ ਦੇ ਲਈ, ਪ੍ਰੈਸ਼ਰ ਘਟਾਉਣ ਦੇ ਲਈ, ਤਾਂ ਕਿ ਕਿਤੇ ਵੀ ਜਿਹੜੀ ਆ ਬਹੁਤ ਜ਼ਿਆਦਾ ਪ੍ਰਾਈਸਿਸ ਹਾਈਕ ਨਾ ਹੋ ਜਾਣ, ਜ਼ਰੂਰਤ ਤੋਂ ਜ਼ਿਆਦਾ ਜਿਹੜੇ ਆ ਪ੍ਰਾਈਸਿਸ ਆ ਉਹ ਕੰਜ਼ਿਊਮਰ ਨੂੰ ਜਿਹੜੀਆਂ ਵਾ ਨਾ ਦੇਣੀਆਂ ਪੈਣ। ਇਸ ਕਰਕੇ ਇਸ ਚੀਜ਼ ਨੂੰ ਵੀ ਧਿਆਨ 'ਚ ਰੱਖਿਆ ਜਾਂਦਾ ਆ। ਇੰਪਰੂਵਡ ਟਰਾਂਸਪੋਰਟ ਅੱਜ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਜਾ ਰਹੀ ਆ ਤਿਵੇਂ ਤਿਵੇਂ ਅੱਜ ਅਸੀਂ ਦੇਖ ਰਹੇ ਹਾਂ ਕਿ ਅੱਜ ਟੈਕਨੋਲੋਜੀ ਦੇ ਵਧਣ ਦੇ ਨਾਲ ਬਹੁਤ ਸਾਰੀ ਜਿਹੜੀ ਆ ਟਰਾਂਸਪੋਰਟ ਦੇ ਸੋਰਸਿਸ ਜਿਹੜੇ ਆ ਚੇਂਜ ਹੋ ਚੁੱਕੇ ਨੇ। ਇਹਨਾਂ ਨੂੰ ਜੈਨੂਅਨ ਰੇਟ ਦੇ ਉੱਪਰ ਪ੍ਰੋਪਰ ਰਾਈਟ ਇੰਜੋਏ ਕਰਨ ਦੇ ਲਈ ਜਿਹੜੀਆਂ ਵਾ ਇਹਨੂੰ ਅੱਜ ਗਲੋਬਲਾਈਜੇਸ਼ਨ ਦੇ ਪ੍ਰੋਸੈਸ ਨੂੰ ਵਧਾਇਆ ਜਾ ਚੁੱਕਾ ਆ। ਇੱਕ ਕੰਟਰੀ ਦੂਸਰੇ ਕੰਟਰੀਜ਼ ਦੇ ਵਿੱਚ ਜਾ ਕੇ ਆਪਣੇ ਪ੍ਰੋਡਕਟ ਨੂੰ ਸੇਲ ਕਰ ਰਿਹਾ ਹੈ, ਦੂਸਰੇ ਕੰਟਰੀ ਦੇ ਵਿੱਚ ਸੇਲ ਕਰ ਰਿਹਾ ਆ। ਐਂਡ ਲੇਬਰ ਮੋਬਿਲਿਟੀ, ਜੇ ਲੇਬਰਸ ਨੇ ਅੱਜ ਉਹਨਾਂ ਨੂੰ ਓਪਰਚੁਨਿਟੀਜ਼ ਨੇ ਤਾਂ ਕਿ ਅਨਇੰਪਲੋਇਮੈਂਟ ਵਰਲਡ ਵਾਈਡ ਇੱਕ ਬਹੁਤ ਵੱਡੀ ਇੱਕ ਜਿਹੜਾ ਚੈਲੰਜ ਬਣ ਚੁੱਕਾ ਹੈ। ਇਹਨੂੰ ਖ਼ਤਮ ਕਰਨ ਲਈ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਿਹੜੇ ਆ ਲੇਬਰਸ ਨੂੰ ਓਪਰਚੁਨਿਟੀ ਮਿਲ ਜਾਂਦੀ ਆ ਵੇਰੀਅਸ ਕੰਟਰੀਜ਼ ਦੇ ਵਿੱਚ ਆਪਣੀ ਐਲੀਜੀਬਿਲਿਟੀ ਦੇ ਅਕੋਰਡਿੰਗ, ਆਪਣੀ ਚੋਇਸ ਦੇ ਅਕੋਰਡਿੰਗ ਕੰਮ ਕਰਕੇ ਆਪਣੇ ਆਪ ਨੂੰ ਅਪਲਿਫਟ ਕਰਨ ਲਈ। ਕੈਪੀਟਲ ਮੋਬਿਲਿਟੀ ਦੇ ਵਿੱਚ ਆ ਜਾਂਦਾ ਹੈ ਕਿ ਅੱਜ ਜਿਹੜੇ ਬਹੁਤ ਵੱਡੀਆਂ ਵੱਡੀਆਂ ਕੰਪਨੀਜ਼ ਨੇ ਉਹ ਆਪਣੀ ਜਿਹੜੀ ਆ ਸਰਪਲਸ ਮਨੀ ਜਿਹੜੀਆਂ ਵਾ ਦੂਸਰੇ ਕੰਟਰੀਜ਼ ਦੇ ਵਿੱਚ ਜਾ ਕੇ ਇਨਵੈਸਟ ਕਰਦੇ ਨੇ ਔਰ ਉੱਥੋਂ ਜਿਹੜਾ ਵਾ ਬਹੁਤ ਸਾਰਾ ਪ੍ਰੋਫਿਟ ਗੇਨ ਕਰਦੇ ਨੇ। ਗਲੋਬਲਾਈਜੇਸ਼ਨ ਦੇ ਵੇਰੀਅਸ ਪ੍ਰੋਸੈਸ ਆਸਪੈਕਟਸ ਨੇ, ਕਲਚਰਲ, ਸੋਸਾਇਟੀ, ਪੋਲੀਟੀਕਲ, ਇਕਨੋਮਿਕ ਐਂਡ ਐਨਵਾਇਰਮੈਂਟਲ। ਹੁਣ ਅਸੀਂ ਗੱਲ ਕਰਦੇ ਹਾਂ ਜਿਵੇਂ ਗਲੋਬਲਾਈਜੇਸ਼ਨ ਹੈ, ਗਲੋਬਲਾਈਜੇਸ਼ਨ ਦਾ ਜਿਵੇਂ ਅਸੀਂ ਟੈਕਨੋਲੋਜੀ ਦੀ ਗੱਲ ਕੀਤੀ ਹੈ, ਟੈਕਨੋਲੋਜੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਮਿਊਨੀਕੇਸ਼ਨ। ਸਭ ਤੋਂ ਵੱਡੀ ਗੱਲ ਅੱਜ ਇੰਟਰਨੈਟ, ਵੀ ਆਲ ਆਰ ਦਾ ਯੂਜ਼ਰ ਆਫ ਇੰਟਰਨੈਟ। ਠੀਕ ਹੈ, ਇੰਟਰਨੈਟ ਦੀ ਜਿਵੇਂ ਜ਼ਰੂਰਤ ਵੱਧ ਰਹੀ ਹੈ, ਟੈਕਨੋਲੋਜੀ ਜਿਹੜੀ ਆ ਬਹੁਤ ਜ਼ਿਆਦਾ ਐਕਸਪੈਂਡ ਕਰਦੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਗਲੋਬਲਾਈਜੇਸ਼ਨ ਨੂੰ ਹੋਰ ਜ਼ਿਆਦਾ ਪ੍ਰਮੋਟ ਕਰਦੀਆਂ ਨੇ। ਟਰਾਂਸਪੋਰਟ ਕਾਸਟ ਐਂਡ ਦਾ ਸਪੀਡ ਆਫ ਦਾ ਟਰਾਂਸਪੋਰਟ, ਅੱਜ ਟਰਾਂਸਪੋਰਟ ਦੀ ਕਾਸਟ ਔਰ ਜਿਹੜੀ ਉਹਦੀ ਸਪੀਡ ਆਫ ਟਰਾਂਸਪੋਰਟ ਜਿਵੇਂ ਵੀ ਅੱਜ ਰਿਕੁਆਇਰਮੈਂਟ ਵੱਧਦੀ ਜਾ ਰਹੀ ਆ ਤਿਵੇਂ ਤਿਵੇਂ ਅੱਜ ਜਿਹੜਾ ਵਾ ਗਲੋਬਲਾਈਜੇਸ਼ਨ ਦਾ ਪ੍ਰੋਸੈਸ ਜਿਹੜਾ ਵਾ ਹੋਰ ਜ਼ਿਆਦਾ ਐਕਸਪੈਂਡ ਹੁੰਦਾ ਜਾ ਰਿਹਾ ਹੈ। ਐਂਡ ਆਫ ਦਾ ਕੋਲਡ ਵਾਰ, end of the cold war, we know very well about that कि there were the two power blocks at the time of the cold war. One of them is the capitalistic and second one that is the communism. Both are anti power blocks, but whenever the end of the cold war, that is the ending of USSR, it means to say communist bloc. ਕਮਿਊਨਿਸਟ ਬਲੋਕ ਦੇ ਖ਼ਤਮ ਹੋਣ ਦੇ ਨਾਲ ਉਹਨਾਂ ਦਾ USA ਦਾ ਜੋ ਐਂਟੀ ਬਲੋਕ ਸੀ ਉਹ ਖ਼ਤਮ ਹੋ ਚੁੱਕਾ ਸੀ। ਐਟ ਦਾ ਟਾਈਮ ਆਫ ਦਾ ਐਂਡ ਆਫ ਦਾ ਕੋਲਡ ਵਾਰ ਦੇਰ ਵਾਜ਼ ਦਾ ਅਸਟੈਬਲਿਸ਼ਮੈਂਟ ਆਫ ਦਾ ਯੂਨੀਪੋਲਰ ਆਫ ਵਰਲਡ। ਯੂਨੀਪੋਲਰ ਵਰਲਡ ਅਸਟੈਬਲਿਸ਼ ਹੋ ਚੁੱਕਾ ਸੀ ਜਿਹਦੇ ਵਿੱਚ ਮੇਜਰ ਡੋਮੀਨੇਸ਼ਨ USA ਦੀ ਸੀ ਔਰ ਇਹਦੇ ਵਿੱਚ ਮੇਨ ਐਂਪੈਥਾਈਜ਼ ਕੀਤਾ ਗਿਆ ਇੰਟੀਗ੍ਰੇਸ਼ਨ ਆਫ ਮਾਰਕੀਟਸ ਉੱਪਰ। ਜੋ ਉਹਦੀ ਮੇਨ ਥਿਊਰੀ ਸੀਗੀ ਜੋ ਕਿ USA ਦੀ ਦੈਟ ਵਾਜ਼ ਦਾ ਲਿਬਰਲ ਇਕੋਨਮੀ ਐਂਡ ਦਾ ਡੈਮੋਕ੍ਰੇਸੀ, ਉਹ ਵਰਲਡ ਵਾਈਡ ਐਕਸਪੈਂਡ ਹੋ ਚੁੱਕੀ ਸੀ। ਨੈਕਸਟ ਵਨ ਦਾ ਗਲੋਬਲ ਪ੍ਰੋਬਲਮਸ। ਗਲੋਬਲ ਪ੍ਰੋਬਲਮਸ ਦੇ ਵਿੱਚ ਜੋ ਅੱਜ ਇੰਟਰਨੈਸ਼ਨਲ ਲੈਵਲ 'ਤੇ ਜੋ ਆਪਾਂ ਨੂੰ ਕਾਮਨ ਪ੍ਰੋਬਲਮਸ ਜੋ ਹੈ ਲਾਈਕ ਐਜ਼ ਕਲਾਈਮੇਟ, ਮਾਈਗ੍ਰੇਸ਼ਨ, ਪਾਵਰਟੀ, ਅਨਇੰਪਲੋਇਮੈਂਟ, ਸਟਾਗਨੇਸ਼ਨ, ਟੈਰਰਿਜ਼ਮ, ਇਹੋ ਜਿਹੀਆਂ ਜੋ ਵੀ ਪ੍ਰੋਬਲਮਸ ਨੇ ਇਹਨਾਂ ਨੂੰ ਮਿਲ ਕੇ ਸੋਲਵ ਕਰਨ ਦੇ ਲਈ ਇਹ ਜਿਹੜਾ ਇੱਕ ਗਲੋਬਲਾਈਜੇਸ਼ਨ ਦਾ ਪ੍ਰੋਸੈਸ ਜਿਹੜਾ ਵਾ ਇਹਨੂੰ ਹੋਰ ਜ਼ਿਆਦਾ ਐਕਸਪੈਂਡ ਕੀਤਾ ਗਿਆ। ਲਿਬਰਲਾਈਜੇਸ਼ਨ, ਲਿਬਰਲਾਈਜੇਸ਼ਨ ਦਾ ਮਤਲਬ ਕੀ ਆ? ਰਿਲੈਕਸ ਪੋਲਿਸੀਜ਼। ਅੱਜ ਦੀਆਂ ਜਿਹੜੀਆਂ ਗੌਰਮੈਂਟ ਨੇ ਉਹ ਰਿਲੈਕਸ ਪੋਲਿਸੀਜ਼ ਜਿਹੜੀਆਂ ਨੇ ਅਡੋਪਟ ਕਰ ਚੁੱਕੀਆਂ ਨੇ ਰਿਗਾਰਡਿੰਗ ਦਾ ਟ੍ਰੇਡ, ਤਾਂ ਕਿ ਜਿੰਨੀਆਂ ਵੀ ਟ੍ਰੇਡ ਰਿਸਟ੍ਰਿਕਸ਼ਨਸ ਨੇ, ਜੋ ਰਿਸਟ੍ਰਿਕਸ਼ਨਸ ਇੰਪੋਜ਼ ਕੀਤੀਆਂ ਗਈਆਂ ਉਹਨਾਂ ਨੂੰ ਅਵੋਇਲਿਸ਼ ਕੀਤਾ ਜਾਂਦਾ ਆ ਤਾਂ ਕਿ ਜਿਹੜਾ ਆਪਣਾ ਟ੍ਰੇਡ ਆ, ਆਪਣੀ ਇਕੋਨਮੀ ਆ, ਉਹਨੂੰ ਡਿਵੈਲਪ ਕੀਤਾ ਜਾ ਸਕੇ। These all are related to the process of the globalization.